ਵਾਹਿਗੁਰੂ ਸਾਹਿਬ ਜੀਓ। ਬੇਸ਼ੁਮਾਰ ਅਥਾਹ ਅਗਨਿਤ ਅਤੁਲ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਧੰਨ ਗੁਰੂਦੇਵ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਦੇ ਹਜ਼ੂਰ ਹਾਜ਼ਰੀਨ ਸਤਸੰਗਤ ਜੀਓ। ਜਿਸ ਤਰ੍ਹਾਂ ਕਿ ਆਪ ਵਾਕਫੀਅਤ ਰੱਖਦੇ ਹੋ, ਅਸੀਂ ਮਾਤਾ ਸੁਰਜੀਤ ਕੌਰ ਪੰਨੂ ਹੋਰਾਂ ਦੇ ਅਕਾਲ ਚਲਾਣੇ ਨਿਮਿਤ ਚੱਲ ਰਹੇ ਇਸ ਗੁਰਮਤਿ ਸਮਾਗਮ ਵਿੱਚ ਹਾਜ਼ਰੀਨ ਹਾਂ। ਆਪ ਅਜੇ ਹੁਣੇ ਗੁਰਬਾਣੀ ਕੀਰਤਨ ਸਰਵਨ ਕਰ ਰਹੇ ਸੀ। ਰਾਗੀ ਵੀਰਾਂ ਨੇ ਮੁਸਲਸਲ 2 ਸ਼ਬਦ ਆਪ ਨੂੰ ਸਰਵਨ ਕਰਵਾਏ। ਸ਼ੇਖ ਹਯਾਤੀ ਜਗ ਨ ਕੋਈ ਥਿਰ ਰਹਿਆ, ਜਿਤ ਆਸਨ ਹਮ ਬੈਠੇ ਕੇਤੇ ਬੈਸ ਗਇਆ। ਨਾਲ ਹੀ ਜੋ ਲਾਸਟ ਤੇ ਉਹ ਬਚਨ ਗਾ ਰਹੇ ਸੀਗੇ ਅਲਾਹਣੀਆਂ ਦੇ ਵਾਕ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਸੰਦੇਸ਼, ਸਾਹਿਬ ਸੰਭਾਲਣਾ ਪੰਥ ਨਿਹਾਲਣਾ ਅਸਾਂ ਪੇ ਉੱਥੇ ਜਾਣਾ। ਇਸ ਟੇਕ ਦੇ ਨਾਲ ਸੁਆਓ ਇਹ ਜੋ ਬਚਨਾਂ ਦਾ ਸੰਦੇਸ਼ ਆ, ਇਹਦੇ 'ਤੇ ਬਾਤ ਕਰਦਿਆਂ ਹੋਇਆਂ ਜੋ ਸਾਡਾ ਇੱਥੇ ਬੈਠਣ ਦਾ ਪਰਪਸ ਆ ਉਸ ਨੂੰ ਸਮਝੀਏ। ਇਸ ਸਾਰੇ ਬਾਬਤ ਗੱਲਬਾਤ ਪ੍ਰਾਰੰਭ ਕਰੀਏ। ਇੱਕ ਵਾਰ ਜਿਤਨੇ ਕੁ ਜੀ ਹਾਜ਼ਰ ਹੋ, ਜੇ ਮੇਰੀ ਆਵਾਜ਼ ਤੁਸੀਂ ਸੁਣ ਪਾ ਰਹੇ ਹੋ ਤਾਂ ਸਭ ਪ੍ਰੇਮ ਫਤਿਹ ਬੁਲਾਉਣੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਜਿਵੇਂ ਕੀਰਤਨ ਦੇ ਬਚਨਾਂ ਦੀ ਮੈਂ ਬਾਤ ਕੀਤੀ, ਸ਼ੇਖ ਹਯਾਤੀ ਜਗ ਨ ਕੋਈ ਥਿਰ ਰਹਿਆ। This is a very clear and straightforward message from Guru Granth Sahib Maharaj that death is a ultimate reality. No one is exception on this side in front of this Mother Nature's law. ਜੇ ਇਹਦੇ 'ਚ ਕਿਸੇ ਨੂੰ ਐਕਸੈਪਸ਼ਨਲ ਲੈਵਲ 'ਤੇ ਨਹੀਂ ਦੇਖਿਆ ਜਾ ਸਕਦਾ, ਲੇਟਰ ਔਰ ਸੂਨਰ ਸਾਨੂੰ ਸਾਰਿਆਂ ਨੂੰ ਇਹਦੇ ਵਿੱਚੋਂ ਗੁਜ਼ਰਨਾ ਹੈ। ਇਹ ਸਾਰੀ ਨੋ ਡਾਊਟ ਜਦੋਂ ਕੋਈ ਗੁਜ਼ਰਦਾ ਸਾਡੇ ਕੋਲੋਂ, ਸਾਡੇ ਲਈ ਬਹੁਤ ਪੇਨਫੁਲ ਹਾਲਾਤ ਹੁੰਦੇ ਨੇ। ਬਿਕੋਜ਼ ਅਸੀਂ ਨਾ ਤਾਂ ਇਹਦੇ ਬਾਬਤ ਕਦੀ ਸੋਚਿਆ ਹੁੰਦਾ ਹੈ, ਨਾ ਇਸ ਬਾਬਤ ਕਦੀ ਬੰਦੇ ਦੀ ਸਾਈਕੀ ਨੇ ਇਸ ਕਿਸਮ ਦੀ ਆਪਣੇ ਆਪ ਨੂੰ ਤਿਆਰ ਕੀਤਾ ਹੁੰਦਾ ਆ। ਇਹ ਜਿਵੇਂ ਘਟਨਾ ਵਾਪਰਦੀ ਹੈ ਅਤੇ ਇਤਨੀ ਸਪੋਂਟੇਨੀਅਸਲੀ ਵਾਪਰਦੀ ਹੈ, ਅਕਸਮਾਤ ਵਾਪਰਦੀ ਹੈ ਕਿ ਅਸੀਂ ਆਪਣੇ ਆਪ ਨੂੰ ਕਈ ਵਾਰੀ ਸੰਭਾਲ ਵੀ ਨਹੀਂ ਪਾਉਂਦੇ। ਅਤੇ ਗੁਰੂ ਸਾਹਿਬ ਬਾਣੀ 'ਚ ਬਿਆਨ ਵੀ ਕਰਦੇ ਨੇ। ਮਹਾਰਾਜ ਕਹਿੰਦੇ ਕੋਈ ਤੇਰੇ ਦੁੱਖ ਨੂੰ, ਤੇਰੀ ਪੀੜਾ ਨੂੰ, ਤੇਰੀ ਵੇਦਨ ਨੂੰ ਮੈਂ ਘੱਟ ਕਰਕੇ ਨਹੀਂ ਜਾਣਦਾ ਜੋ ਤੂੰ ਇਸ ਸਿਚੁਏਸ਼ਨ 'ਚੋਂ ਗੁਜ਼ਰਦਾ ਹੈ। ਆਪਾਂ ਸ਼੍ਰੀ ਰਾਗ ਦਾ ਸ਼ਬਦ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਜੀ ਦਾ। ਮਹਾਰਾਜ ਕਹਿੰਦੇ ਸੱਜਣ ਮੇਰੇ ਰੰਗੁਲੇ ਜਾਏ ਸੁੱਤੇ ਜ਼ੀਰਾਨ, ਹਮ ਪੀ ਵੰਜਾਂ ਡੂਮਣੀ ਰੋਮਾਂ ਚੀਣੀ ਬਾਨ। ਮੇਰਾ ਉਹ ਸੱਜਣ, ਮੇਰਾ ਉਹ ਸੁਹਿਰਦ, ਮੇਰੇ ਉਹ ਪਰਿਵਾਰ ਦਾ ਮੈਂਬਰ, ਮੇਰਾ ਉਹ ਬਿਲਵਡ ਵਨ ਜਿਹਦੇ ਨਾਲ ਮੇਰੀ ਜ਼ਿੰਦਗੀ ਬੜੀ ਕਲਰਫੁਲ ਸੀਗੀ, ਉਹ ਮੇਰੇ ਤੋਂ ਵਿਦਾ ਹੋ ਗਿਆ। ਹੁਣ ਉਹਦੀ ਹਾਲਤ ਵਿੱਚ, ਉਹਦੇ ਜਾਣ ਦੇ ਉਸ ਗਮ ਦੇ ਵਿੱਚ ਮੈਂ ਰੋ ਰਿਹਾ ਵਾਂ। ਰੋਮਾਂ ਝੀਣੀ ਬਾਣ ਮਤਲਬ ਅੱਜ ਕੱਲ੍ਹ ਤਾਂ ਸਮਾਂ ਬਦਲ ਗਿਆ। ਸਾਡੇ ਕੋਲ ਇਹ ਸਾਰੇ ਬਾਬਤ ਆਪਣੇ ਘਰ, ਵੱਡੇ ਵੱਡੇ ਘਰ ਨੇ, ਬੰਦੇ ਨੂੰ ਬਹੁਤ ਦੁੱਖ ਹੋਇਆ ਆਪਣੇ ਕਮਰੇ 'ਚ ਜਾ ਕੇ ਬੰਦਾ ਰੋ ਲੈਂਦਾ ਆ। ਜੇ ਪੁਰਾਣੇ ਸਮੇਂ 'ਚ ਦੇਖਦੇ ਆ ਇਹੋ ਜਿਹੇ ਇੰਨੇ ਰਿਸੋਰਸਿਸ ਨਹੀਂ ਸੀ ਹੁੰਦੇ, ਅਤੇ ਜਦੋਂ ਲੋਕ ਇਸ ਕਿਸਮ ਦੇ ਨਾਲ ਬਹੁਤ ਆਪਣੇ ਦੁੱਖ ਵਿੱਚ ਆਪਣੇ ਆਪ ਨੂੰ ਮਹਿਸੂਸ ਕਰਦੇ ਸੀਗੇ, ਅਤੇ ਤਰੀਕਾ ਇਹ ਹੁੰਦਾ ਸੀਗਾ ਕਿ ਸਮਵਨ ਇਜ਼ ਕ੍ਰਾਈੰਗ ਲਾਈਕ ਵੀਪਿੰਗ, ਮਤਲਬ ਬੜਾ ਹੌਲੀ ਹੌਲੀ ਵੀਪ ਕਰਨਾ ਉਸ ਰੂਪ ਦੇ ਵਿੱਚ। ਉਹ ਕਿਵੇਂ ਹੈ ਜੀ ਕਿ ਉਹਦਾ ਤਰੀਕਾ ਇਹ ਹੁੰਦਾ ਸੀਗਾ ਕਿ ਆਪਣੇ ਗੋਡੇ ਉੱਪਰ ਉਠਾ ਲੈਣੇ ਇਸ ਤਰੀਕੇ ਨਾਲ, ਉੱਪਰ ਦੋਨੋਂ ਬਾਹਾਂ ਰੱਖ ਲਈਆਂ, ਵਿੱਚ ਸਿਰ ਰੱਖ ਕੇ ਫਿਰ ਰੋਣਾ, ਚੀਣੀ ਬਾਣ, ਤਾਂ ਕਿ ਮੈਨੂੰ ਕੋਈ ਦੇਖੇ ਨਾ। ਇਸ ਕਿਸਮ ਦੇ ਰੋਣ ਦੀ ਗੁਰੂ ਸਾਹਿਬ ਨੇ ਬਾਤ ਕੀਤੀ ਵੀ ਜਦੋਂ ਕੋਈ ਜੀ ਗੁਜ਼ਰਦਾ ਆ, ਅਸੀਂ ਇਹੋ ਜਿਹੇ ਗਮ ਦੇ ਥਰੂ ਜਾਂਦੇ ਹਾਂ। ਇਹ ਚੀਜ਼ ਸਾਡੇ ਜੀਵਨ ਵਿੱਚ ਵਾਪਰਦੀ ਹੈ, ਪਰ ਅਹਿਸਾਸ ਰੱਖਿਆ ਜੇ ਇਹ ਰੋਣਾ, ਇਹ ਗਮਗੀਨ ਹੋਣਾ, ਇਹ ਸਭ ਵਕਤੀ ਤੌਰ 'ਤੇ ਸਭ ਚੀਜ਼ਾਂ ਹੈਗੀਆਂ ਨੇ। ਪਰ ਜਿਹੜੀ ਰਿਐਲਿਟੀ ਹੈ ਉਹ ਇਹ ਹੈ ਕਿ ਜਿਤ ਆਸਨ ਹਮ ਬੈਠੇ ਕਿਤੇ ਬੈਸ ਗਏ ਆ। ਇਹ ਸੰਸਾਰ ਉੱਠ ਕੇ ਚੱਲਣ ਦਾ ਨਾਂ ਆ। ਸਾਡੇ ਤੋਂ ਪਹਿਲਾਂ ਕਈ ਆਏ, ਇੱਥੇ ਬੈਠੇ, ਅਲਟੀਮੇਟਲੀ ਵਿਦਾ ਹੋਏ। ਸਾਡੇ ਨਾਲ ਰਹਿਣ ਵਾਲੇ ਕਈ ਇੱਥੇ ਆਏ, ਉਹ ਵਿਦਾ ਹੋ ਰਹੇ ਨੇ, ਆਖਰ ਅਸੀਂ ਵੀ ਵਿਦਾ ਹੋਣਾ ਹੈਗਾ। ਇਸ ਕਿਸਮ ਦੀ ਬਾਤ ਗੁਰੂ ਬਾਬਾ ਜੀ ਨੇ ਬਾਤ ਕੀਤੀ। ਜਿਹੜਾ ਦੂਸਰਾ ਸ਼ਬਦ ਉਹ ਗਾ ਰਹੇ ਸੀਗੇ,
ਜਿਹਦੀ ਅਲਾਣੀਆਂ ਦਾ ਸ਼ਬਦ ਜਿਹੜਾ ਪ੍ਰਾਰੰਭ ਇੱਥੋਂ ਹੁੰਦਾ ਹੈ ਕਿ ਆਓ ਮਿਲੋ ਸਹੇਲੀਓ ਸਚੜਾ ਨਾਮ ਲਏ ਹਾਂ ਰੋਵੈਂ ਬਿਰਹਾ ਤਨ ਕਾ। ਕੱਲਾ ਕਿਸੇ ਦੇ ਜਾਣ ਦੀ ਵੇਦਨਾ 'ਚ ਨਾ ਰੋਈਏ, ਰੋਵੈਂ ਬਿਰਹਾ ਤਨ ਕਾ, ਆਪਣੇ ਤਨ ਦੇ ਬਿਰਹੇ ਨੂੰ ਵੀ ਰੋਈਏ। ਮਤਲਬ ਇਸ ਰੁਦਨ ਵਿੱਚੋਂ ਕੁਝ ਪੋਜ਼ਿਟਿਵ ਵੀ ਲੈ ਕੇ ਆਈਏ ਆਪਣੇ ਜੀਵਨ ਦੇ ਵਿੱਚ। ਆਪਾਂ ਕਹਾਂਗੇ ਐਸੇ ਹਾਲਾਤ ਵਿੱਚ ਪੋਜ਼ਿਟਿਵ ਲੈ ਕੇ ਆਉਣਾ। ਹਾਂ ਭਾਈ ਦੇਖੋ, ਜਿਵੇਂ ਮੈਂ ਕਿਹਾ ਕਿ ਮੋਰਟੈਲਿਟੀ ਇਜ਼ ਅਸੈਂਸ਼ੀਅਲ, no one is exception over here, then we have to value the life which we are living over here। ਜਿਹੜਾ ਜੀ ਗੁਜ਼ਰਿਆ ਹੈ ਉਸ ਨੂੰ ਟ੍ਰਿਬਿਊਟ ਕਰਨ ਵਾਸਤੇ ਲੋਕਾਂ ਨੇ ਵੱਖਰੇ ਵੱਖਰੇ ਤਰੀਕੇ ਢੰਗ ਅਪਣਾਏ। ਸਾਡੇ ਈਸਟਰਨ ਸਕੂਲ ਆਫ ਥਾਟ ਦੇ ਵਿੱਚ ਵੈਦਿਕ ਪ੍ਰਪਾਰਟੀ ਤੋਂ ਲੈ ਕੇ ਬਹੁਤ ਸਾਰੇ ਐਸੇ ਰਿਚੁਅਲਸ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਲੋਕਾਂ ਨੇ ਡਿਵੈਲਪ ਕੀਤੀਆਂ। ਸਿੱਖੀ ਆਸ਼ੇ ਨੇ ਕਿਹਾ ਇਹਨਾਂ ਰਿਚੁਅਲਸ ਦੇ ਵਿੱਚੋਂ ਕੁਛ ਨਹੀਂ ਨਿਕਲਣਾ। ਜੇ ਸਹੀ ਰੂਪ ਦੇ ਵਿੱਚ ਦੇਖਣਾ ਤਾਂ ਉਹ ਇਹ ਹੈ ਕਿ ਜੋ ਜੀ ਗੁਜ਼ਰ ਗਿਆ ਉਹਦੇ ਨਿਮਿਤ ਵੀ ਜਦੋਂ ਅਸੀਂ ਬੈਠਦੇ ਹਾਂ ਇਸ ਰੂਪ ਦੇ ਅੰਦਰ, ਉੱਥੋਂ ਕੁਝ ਅਸੀਂ ਸਿੱਖਿਆ ਧਾਰਨ ਕਰੀਏ, ਉੱਥੋਂ ਕੁਝ ਅਸੀਂ ਆਪਣੀ ਝੋਲੀ ਵਿੱਚ ਪਾ ਕੇ ਲੈ ਲਈਏ। ਝੋਲੀ 'ਚ ਕੀ ਪਾਉਣਾ ਹੈ ਜੀ? ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਇਹ ਜੀਵਨ ਪ੍ਰੀਸ਼ੀਅਸ ਆ, ਬੇਸ਼ਕੀਮਤੀ ਹੈ, ਇਸ ਨੂੰ ਗਵਾਉਣਾ ਨਹੀਂਗਾ। ਇਸ ਦੇ ਜੋ ਕਾਰਜ ਅਸੀਂ ਕਰਨਾ ਆ ਧਿਆਨ ਰੱਖੀਏ, ਉਹਦੇ ਵਿੱਚ ਕਿਸੇ ਦਾ ਭਲਾ ਹੋਏ, ਸਾਡਾ ਭਲਾ ਹੋਏ, ਆਲੇ ਦੁਆਲੇ ਦੇ ਭਲੇ ਵਿੱਚ ਅਸੀਂ ਜਾਈਏ। ਇਸ ਕਿਸਮ ਦਾ ਮੈਸੇਜ ਅਸੀਂ ਪਰਸੀਵ ਕਰੀਏ ਜਦੋਂ ਇਹੋ ਜਿਹੇ ਹਾਲਾਤ 'ਚ ਬੈਠੇ ਹਾਂ। ਮੈਂ ਇੱਕ ਹੋਰ ਇਹਦੇ ਨਾਲ ਜਿਹੜਾ ਹੈਗਾ ਐਡ ਕਰਕੇ ਚੀਜ਼ ਵਾਈਂਡ ਅਪ ਕਰ ਦੇਵਾਂ। ਉਹਦੇ 'ਚ ਵੀ ਹੈ ਕਿ ਜਿਵੇਂ ਖਾਸ ਕਰਕੇ ਮੈਂ ਲੰਬੇ ਸਮੇਂ ਤੋਂ ਇੱਥੇ ਕਾਉਂਸਲਿੰਗ ਵਿੱਚ ਇਨਵੋਲਵ ਹੈਗਾ। ਪਰਿਵਾਰਾਂ ਦੇ ਵਿੱਚ ਜਦੋਂ ਇਹੋ ਜਿਹੇ ਸਮੇਂ ਬਣਦੇ ਨੇ ਬੜੇ ਸ਼ੌਕਿੰਗ ਹੁੰਦੇ ਨੇ। People go through with grieving process, and when they're not able to heal these psychological wounds properly, then they see some kind of other actually turbulence on the way। ਜਿਹੜੀਆਂ ਉਸ ਕਿਸਮ ਦੀਆਂ ਚੀਜ਼ਾਂ ਵੀ ਆਉਂਦੀਆਂ ਜਿਹਦੇ 'ਚ PTSD ਦਾ ਨਾਂ ਆ ਜਾਂਦਾ, ਹੋਰ ਬਹੁਤ ਸਾਰੇ ਡਿਸਆਰਡਰਸ ਲੋਕੀ ਇਸ ਤਰੀਕੇ ਨਾਲ ਹੰਡਾਉਂਦੇ। ਇਹ ਸਾਰੇ ਦੇ ਬਾਬਤ ਜਦੋਂ ਅਸੀਂ ਕਾਊਂਟਰ ਕਰਦੇ ਹਾਂ ਤੇ ਕਿਹਾ ਜਾਂਦਾ ਜਦੋਂ ਇਸ ਚੀਜ਼ 'ਚੋਂ ਬੰਦਾ ਗੁਜ਼ਰਦਾ ਆ ਉਦੋਂ ਹੀ ਉਸੇ ਸਮੇਂ ਦੇ ਵਿੱਚ ਹੀ ਜੇ ਉਹਨੂੰ ਸਹੀ ਤਰੀਕੇ ਨਾਲ ਚੀਜ਼ ਸਮਝਾਈ ਜਾਏ। ਤੇ ਮੈਂ ਛੋਟੀ ਜਿਹੀ ਇੱਕ ਮਿਸਾਲ ਦੇਵਾਂ ਤੁਹਾਡੇ ਲਈ ਕਿ ਬਿਲਕੁਲ ਇੱਕ ਵਾਰੀ ਇੱਕ ਬੱਚਾ ਆਇਆ, ਮੈਂਟਲੀ ਬੱਚੇ ਨੂੰ ਕੁਝ ਇਸ਼ੂ ਚੱਲ ਰਹੇ ਸੀਗੇ। ਖੈਰ ਅਸੀਂ ਉਹਦੀ ਸਕਰੀਨਿੰਗ ਕੀਤੀ, ਅਸੈਸ ਕੀਤਾ, ਕੁਝ ਖਾਸ ਪਤਾ ਨਹੀਂ ਲੱਗ ਰਿਹਾ। ਬੜੇ ਰੂਟਸ ਵਿੱਚ ਗਏ, ਮੇਰੇ ਕਈ ਸੈਸ਼ਨ ਚੱਲਦੇ ਰਹੇ, ਉਹਦੇ ਨਾਲ ਚੱਲਦੇ ਰਹੇ। ਅਲਟੀਮੇਟਲੀ ਇਸ ਲੱਭਿਆ ਕਿ ਇਹਦਾ ਗ੍ਰਾਸ ਰੂਟ ਕਿੱਥੇ ਹੈ, ਕਿੱਥੋਂ ਇਹ ਚੀਜ਼ ਆ ਰਹੀ ਹੈ। ਪਤਾ ਲੱਗਾ ਘਰ ਵਿੱਚ ਕੋਈ ਡੈਥ ਹੋਈ ਸੀਗੀ। ਉਸ ਡੈਥ ਦੇ ਸਮੇਂ ਦੇ ਵਿੱਚ ਇੱਕਦਮ ਉਸ ਸਾਰੇ ਨੂੰ ਪਰਸੀਵ ਨਹੀਂ ਕਰ ਪਾਇਆ ਪ੍ਰੋਪਰਲੀ। ਜੋ ਕਿਸੇ ਤੋਂ ਇੱਕਦਮ ਫਿਜ਼ੀਕਲ ਜਿਹੜੀ ਡਿਟੈਚਮੈਂਟ ਹੋਈ ਹੈ, ਪਰਮਾਨੈਂਟ ਡਿਟੈਚਮੈਂਟ, ਜਿਹਨੂੰ ਕਦੀ ਦੇਖਣਾ ਹੀ ਨਹੀਂ ਮੁੜ ਕੇ। ਹੁਣ ਸਾਈਕੋਲੋਜੀਕਲ ਡਿਟੈਚਮੈਂਟ ਏਡੀ ਜਲਦੀ ਨਹੀਂ ਨਾ ਬਣਦੀ। ਤੁਸੀਂ ਫਿਜ਼ੀਕਲੀ ਕਿਸੇ ਚੀਜ਼ ਨੂੰ ਜੁਦਾ ਕਰ ਦਿਓਗੇ, ਅੰਦਰ ਦੀ ਜਿਹੜੀ ਉਹ ਚੀਜ਼ ਹੈ ਉਹ ਕਿਵੇਂ ਜਾਏਗੀ। ਮੈਂ ਤਾਂ ਛੋਟੀ ਜਿਹੀ ਤੁਹਾਨੂੰ ਆਪਣੇ ਤੌਰ 'ਤੇ ਇੱਕ ਮਿਸਾਲ ਦੇਵਾਂ। ਮੇਰਾ ਆਪਣਾ ਇੱਕ ਸਿਬਲਿੰਗ ਕੁਝ ਸਾਲ ਪਹਿਲਾਂ ਫੌਤ ਹੋ ਗਿਆ ਇੰਡੀਆ, ਐਂਡ ਆਈ ਵੈਂਟ ਆਲ ਦਾ ਵੇ ਬੈਕ ਦੇਅਰ ਟੂ ਐਕਚੁਅਲੀ ਟੇਕ ਕੇਅਰ ਆਫ ਮਾਈ ਫੈਮਿਲੀ, ਟੂ ਪਲੇ ਮਾਈ ਰੋਲ। ਜਿਹੜਾ ਮੇਰਾ ਰੋਲ ਬਣਦਾ ਸੀ ਉੱਥੇ ਉਸ ਨੂੰ ਪਲੇ ਕਰਨ ਵਾਸਤੇ ਪਹੁੰਚਿਆ ਮੈਂ ਉੱਥੇ। ਅਤੇ ਉੱਥੇ ਹੋਇਆ ਕਿ ਜਦੋਂ ਜਿਵੇਂ ਹੁਣ ਭੋਗ ਪੈਣਾ ਆ, ਭੋਗ ਪਿਆ, ਮੇਰੀ ਫੈਮਿਲੀ ਸਾਰੀ ਇਕੱਠੀ ਹੋ ਰਹੀ ਹੈ ਅਤੇ ਮੈਂ ਆਪਣੀ ਫੈਮਿਲੀ ਮੈਂਬਰਸ ਨੂੰ ਆਵਾਜ਼ ਮਾਰ ਕੇ ਕਹਿ ਰਿਹਾ ਵਾਂ ਜਿਹਦੇ ਭੋਗ 'ਤੇ ਅਸੀਂ ਇਕੱਠੇ ਹੋਏ ਹਾਂ, ਅਸੀਂ ਉਹਦੇ ਬਾਰੇ ਹੀ ਮੈਂ ਕਹਿ ਰਿਹਾ ਕਿ ਉਹ ਕਿੱਥੇ ਆ, ਉਹਨੂੰ ਆਵਾਜ਼ ਮਾਰੋ, ਚਲੋ ਬੈਠੋ ਗੱਡੀ 'ਚ ਲੈ ਕੇ ਚੱਲੀਏ। ਤਾਂ ਮੇਰੀ ਸਿਸਟਰ ਮੇਰੇ ਵੱਲ ਦੇਖ ਰਹੀ ਹੈ, ਸ਼ੀ ਵਾਜ਼ ਲੁਕਿੰਗ ਲਿਟਲ ਬਿਟ ਐਕਚੁਅਲੀ ਸਰਪ੍ਰਾਈਜ਼, ਐਂਡ ਸ਼ੀ ਵਾਜ਼ ਸੇਇੰਗ ਐਵੇਂ ਕਿਉਂ ਕਰ ਰਿਹਾ ਤੂੰ। ਦੈਨ ਮੈਨੂੰ ਰਿਅਲਾਈਜ਼ ਹੋਇਆ ਕਿ ਉਹ ਅਨਕੌਂਸ਼ੀਅਸ ਲੈਵਲ 'ਤੇ ਮੇਰੇ ਅੰਦਰੋਂ ਆਵਾਜ਼ ਆ ਰਹੀ ਹੈ। ਚੇਤਨ ਲੈਵਲ 'ਤੇ, ਕੌਂਸ਼ੀਅਸ ਲੈਵਲ 'ਤੇ ਮੈਨੂੰ ਪਤਾ ਆ, ਕਿਉਂਕਿ ਜਿਹੜੀ ਫਿਜ਼ੀਕਲ ਡਿਟੈਚਮੈਂਟ ਹੋਈ ਹੈ, ਅਜੇ ਸਾਈਕੋਲੋਜੀਕਲ ਸਾਈਡ 'ਤੇ ਉਹਨੂੰ ਟਾਈਮ ਲੱਗਣਾ ਆ ਉਹਦੀ ਪ੍ਰੈਪਰੇਸ਼ਨ ਵਾਸਤੇ ਸਾਰੇ ਕਾਸੇ ਲਈ। ਹੁਣ ਜਿਹੜੀ ਮੈਂ ਬਾਤ ਕਰ ਰਿਹਾ ਸਾਰੇ ਦੀ ਸਾਰੇ ਘਰਾਂ ਥਾਵਾਂ ਦੇ ਵਿੱਚ ਇਸ ਚੀਜ਼ ਨੂੰ ਪ੍ਰੋਪਰਲੀ ਪਰਸੀਵ ਕੀਤਾ ਜਾਏ, ਅੰਡਰਸਟੈਂਡ ਕੀਤਾ ਜਾਏ। ਹਾਂ ਭਾਈ, ਇਹ ਮੌਤ ਇਹ ਕੁਦਰਤ ਦਾ ਇੱਕ ਅਸੈਂਸ਼ੀਅਲ ਲਾ ਹੈ ਜਿਸ ਨੂੰ ਅਸੀਂ ਸਾਰਿਆਂ ਨੂੰ ਐਜ਼ ਇਟ ਇਜ਼ ਅਡਾਪਟ ਐਕਸੈਪਟ ਕਰਨਾ ਪਏਗਾ। ਇਸੇ ਕਰਕੇ ਦੋਵੇਂ ਸ਼ਬਦ ਇੱਥੇ ਗਾਏ ਗਏ,
ਫਿਰ ਇਸ ਸਾਰੇ ਦੇ ਵਿੱਚੋਂ ਅਸੀਂ ਇੱਕ ਸਿੱਖਿਆ ਲੈਣੀ ਹੈ, ਜਿਵੇਂ ਮਾਤਾ ਜੀ ਨੇ ਇਹ ਪੂਰੇ ਹੋਏ ਨੇ, ਇੱਕ ਜੀਵਨ ਜੀ ਕੇ ਗਏ ਨੇ। ਅਸੀਂ ਆਪਣੇ ਜੀਵਨ ਦੀ ਸੰਭਾਲ ਕਰਨੀ ਹੈ। ਜਿਸ ਪਰਿਵਾਰ ਦੇ ਵਿੱਚੋਂ ਇਹ ਵਿਦਾ ਹੋਏ ਨੇ, ਉਸ ਪਰਿਵਾਰ ਦੇ ਪ੍ਰਤੀ ਇਹਨਾਂ ਦੇ ਕੁਝ ਸੁਪਨੇ ਹੋਣਗੇ, ਕੁਝ ਡ੍ਰੀਮਸ ਹੋਣਗੇ, ਕੁਝ ਖਾਬ ਹੋਣਗੇ। ਜੇ ਅਸੀਂ ਵਾਕਿਆ 'ਚ ਹੀ ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਨੂੰ ਕੁਝ ਟ੍ਰਿਬਿਊਟ ਕਰਨਾ ਆ, ਉਹਨਾਂ ਸੁਪਨਿਆਂ ਨੂੰ ਸਾਕਾਰ ਕਰਨਾ, ਉਹਨਾਂ ਚੀਜ਼ਾਂ 'ਤੇ ਧਿਆਨ ਦੇਣਾ। ਬਾਕੀ ਉਹਨਾਂ ਦੀ ਯਾਦ ਵਿੱਚ ਬਹੁਤ ਗਮਗੀਨ ਹੋ ਕੇ ਆਪਣੇ ਆਪ ਨੂੰ ਬਿਮਾਰੀਆਂ ਲਾਉਣੀਆਂ, ਦੁੱਖ ਲਾਉਣੇ, ਲਗਾਤਾਰ ਵੇਦਨ ਵਿੱਚ, ਪੀੜਾ ਵਿੱਚ ਰਹਿਣਾ, ਇਹ ਰੋਣਾ ਨਹੀਂਗਾ। ਇਹ ਤੇ ਅਸਲ ਰੂਪ ਦੇ ਵਿੱਚ ਜਾਣ ਵਾਲੇ ਦੇ ਜਾਣੇ ਨੂੰ ਅਸੀਂ ਜਿਹੜਾ ਹੈਗਾ ਉਸ ਨੂੰ ਸਹੀ ਰੂਪ ਦੇ ਵਿੱਚ ਨਹੀਂ ਸੰਭਾਲ ਰਹੇ, ਤੇ ਆਪਣੇ ਇਸ ਧਰਤੀ ਦੇ ਉੱਤੇ ਰਹਿਣ ਨੂੰ ਅਸੀਂ ਉਸ ਨੂੰ ਖਰਾਬ ਕਰ ਰਹੇ ਹੈਗੇ ਹਾਂ। ਇਸੇ ਕਰਕੇ ਗੁਰੂ ਬਾਬਾ ਜੀ ਨੇ ਬਿਆਨ ਕੀਤਾ ਕਿ ਇਸ ਲਾ ਨੂੰ ਇਸ ਤਰੀਕੇ ਨਾਲ ਸਮਝਣਾ ਹੈ। ਆਵੋ ਮਿਲੋ ਸਹੇਲੀ ਹੋ, ਸਚੜਾ ਨਾਮ ਲਏ ਹਾਂ, ਰੋਐ ਬਿਰਹਾ ਤਨਕਾ ਆਪਣਾ, ਸਾਹਿਬ ਸੰਭਾਲੇ ਹਾਂ, ਸਾਹਿਬ ਸੰਭਾਲੇ ਪੰਥ ਨਿਹਾਲੇ, ਅਸਾਂ ਆਪੇ ਉੱਥੇ ਜਾਣਾ। ਅਲਟੀਮੇਟਲੀ ਸਭ ਨੇ ਵਿਦਾ ਹੋਣਾ ਆ, ਆਖਿਰਕਾਰ ਇੱਕ ਦਿਨ ਸਭ ਦੀ ਵਾਰੀ ਆਉਣੀ ਹੈ। ਇਸ ਲਈ ਇਸ ਜੀਵਨ ਨੂੰ, ਇਸ ਸਮੇਂ ਨੂੰ ਅਸੀਂ ਸਹੀ ਰੂਪ ਵਿੱਚ ਸੰਭਾਲ ਕਰੀਏ। ਅਕਾਲ ਪੁਰਖ ਵਾਹਿਗੁਰੂ ਜੋ ਹੈ ਉਹ ਸਾਨੂੰ ਇਸ ਕਿਸਮ ਦੀ ਤੌਫੀਕੀਅਤ ਦੇਵੇ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਹੀ ਭਾਣਾ ਮੰਨਣ ਦਾ ਬਲ ਆ। ਫਿਰ ਨਾਲ ਹੀ ਇੱਕ ਦਿਲੀ ਅਰਦਾਸ ਇਹ ਵੀ ਕਿ ਜੋ ਜੀ ਗੁਜ਼ਰਿਆ ਹੈ ਮਾਲਕ, ਉਸ ਰੂਹ ਨੂੰ ਆਪਣੀ ਪਰਮ ਰੂਹ ਦੇ ਵਿੱਚ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ। ਇਹ ਦਿਲੀ ਅਰਦਾਸ ਆ। ਇੰਨੀਆਂ ਕੁ ਬੇਨਤੀਆਂ ਨਾਲ ਹੀ ਮੈਂ ਇੱਥੇ ਖਿਮਾ ਮੰਗਾਂਗਾ ਤੁਹਾਡੇ ਤੋਂ। ਆਓ ਆਨੰਦ ਸਾਹਿਬ ਦਾ ਜਾਪ ਕਰਕੇ ਸਮੁੱਚੀ ਸਮਾਪਤੀ ਕਰਾਂਗੇ। ਇੱਕ ਵਾਰ ਸਭ ਪ੍ਰੇਮ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ। ਕਾਰਜ ਸਭ ਸਵਾਰਨਾ, ਸਭਨਾ ਗਲਾਂ ਸਮਰਤ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ, ਕਰਤਾ ਤੇਰੇ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਾਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮੇ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ। ਜਿਨ ਇੱਛਾ ਸਭ ਪੂਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਥਾਰਿਆ, ਪੰਜ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਤੁਝ ਜਿਨ ਕੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਵਾ। ਤਿਤ ਕਰ ਅਨਹਦ ਵਾਜੇ, ਆਨੰਦ ਸੁਨੋ ਵੱਡ ਭਾਗੀ ਹੋ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ। ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰ ਰਿਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰ ਰਿਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।